ਵੀ ਇਹਨਾਂ ਦੇ ਜਿਹੜੇ ਕਲਾਸ 1 ਔਰ ਕਲਾਸ 2 ਜਿਹੜੇ ਆਫੀਸਰ ਨੇ ਉਹਨਾਂ ਨੇ ਜਿਹੜੀਆਂ ਆਪਣੀਆਂ ਮੈਨੂੰ ਉਹਨਾਂ ਦੇ ਨਾਮ ਔਰ ਡੈਜ਼ਿਗਨੇਸ਼ਨ ਦੱਸੇ ਜਾਣ ਜਿਨ੍ਹਾਂ ਨੇ ਆਪਣੀਆਂ ਐਨੂਅਲ ਪ੍ਰੋਪਰਟੀ ਰਿਟਰਨਸ ਫਾਈਲ ਨਹੀਂ ਕੀਤੀਆਂ। ਐਨੂਅਲ ਪ੍ਰੋਪਰਟੀ ਰਿਟਰਨਸ ਫਾਈਲ ਕਰਨਾ ਇੱਕ ਸਟੈਟੂਟਰੀ ਪ੍ਰੋਵੀਜ਼ਨ ਹੈ ਔਰ ਅਗਰ ਇਸ ਪ੍ਰੋਵੀਜ਼ਨ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਇਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਹੁੰਦਾ ਆ। ਇਹ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇੱਕ ਵਪਾਰੀ ਦੇ ਲਈ ਇੱਕ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਹੈਰਾਨੀ ਦੀ ਗੱਲ ਹੈ ਵੀ ਇਨਫੋਰਮੇਸ਼ਨ ਦੇਣ ਦੇ ਲਈ ਇਹਨਾਂ ਨੇ ਮੈਨੂੰ 9 ਮਹੀਨੇ ਲਗਾ ਦਿੱਤੇ। ਤਾਂ ਜਦੋਂ ਇਹਦੇ ਵਿੱਚ ਆંકੜੇ ਆਏ ਤਾਂ ਮੈਂ ਇਹ ਦੇਖਿਆ ਕਿ ਸੈਂਕੜੇ ਅਫਸਰ ਨੇ ਕਾਰਪੋਰੇਸ਼ਨ ਦੇ ਕਲਾਸ 1 ਔਰ ਕਲਾਸ 2 ਕੈਟਾਗਰੀ ਦੇ ਜਿਹੜੇ ਕਿ ਆਪਣੀਆਂ ਐਨੂਅਲ ਪ੍ਰੋਪਰਟੀ ਰਿਟਰਨਾਂ ਜਿਹੜੀਆਂ ਫਾਈਲ ਹੀ ਨਹੀਂ ਕਰ ਰਹੇ ਹੈਗੇ ਪਿਛਲੇ ਕਈ ਸਾਲਾਂ ਤੋਂ। ਔਰ B&R ਦੇ ਖਾਸ ਕਰ ਲਾ ਲਈਏ ਵੱਡੇ ਅਧਿਕਾਰੀ ਜਿਵੇਂ XCN ਨੇ SC ਨੇ B&R ਦੇ ਉਹਨਾਂ ਨੇ ਕਿਸੇ ਨੇ ਵੀ ਪ੍ਰੋਪਰਟੀ ਰਿਟਰਨਾਂ ਜਿਹੜੀਆਂ ਆਪਣੀਆਂ ਫਾਈਲ ਹੀ ਨਹੀਂ ਕੀਤੀਆਂ। ਔਰ ਜਦੋਂ ਮੈਂ ਇਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਇਹਨਾਂ ਤੇ ਐਕਸ਼ਨ ਕੀ ਲਿੱਤਾ ਤਾਂ ਇਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਵੀ ਐਕਸ਼ਨ ਜਿਹੜਾ ਆ ਉਹ ਸਥਾਨਕ ਸਰਕਾਰ ਨੇ ਲੈਣਾ। ਦੱਸਿਆ ਤਾਂ ਤੁਸੀਂ ਉਹਨਾਂ ਨੂੰ ਹੈ ਨਹੀਂਗਾ, ਉਹਨਾਂ ਨੂੰ ਕੀ ਉੱਥੇ ਬੈਠੇ ਸਥਾਨਕ ਸਰਕਾਰ ਨੂੰ ਸੁਪਨਾ ਆਉਣਾ ਕਿ ਵੀ ਇਹ ਬੰਦਿਆਂ ਦੇ ਐਨੂਅਲ ਪ੍ਰੋਪਰਟੀ ਰਿਟਰਨਾਂ ਫਾਈਲ ਨਹੀਂ ਕੀਤੀਆਂ। ਸਨ 2016 ਦੇ ਵਿੱਚ 64 ਅਧਿਕਾਰੀ ਸੀ ਜਿਨ੍ਹਾਂ ਨੇ ਫਾਈਲ ਨਹੀਂ ਕੀਤੀਆਂ। ਸਨ 2017 ਦੇ ਵਿੱਚ 214 ਅਧਿਕਾਰੀ ਹੋ ਗਏ। ਸਨ 2018 ਦੇ ਵਿੱਚ 238 ਅਧਿਕਾਰੀ ਹੋ ਗਏ ਔਰ ਸਨ 2019 ਦੇ ਵਿੱਚ 199 ਅਧਿਕਾਰੀ ਹੋ ਗਏ। ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਵਿੱਚੋਂ ਕਈ ਬੰਦੇ ਰਿਟਾਇਰ ਵੀ ਹੋ ਗਏ। ਫਿਰ ਉਹਨਾਂ ਨੂੰ ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਕਿੱਦਾਂ ਮਿਲੇ? ਇਹਨਾਂ ਨੇ 2 ਨੰਬਰ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਔਰ ਉਹਦਾ ਹੱਲ ਇਹ ਕਰ ਦਿੱਤਾ ਕਿ ਐਨੂਅਲ ਪ੍ਰੋਪਰਟੀ ਰਿਟਰਨ ਫਾਈਲ ਹੀ ਨਾ ਕਰੋ। ਤਾਂ ਕਿਸੇ ਵੀ ਬੰਦੇ ਨੇ ਕਾਰਪੋਰੇਸ਼ਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਬੇਸਿਕਲੀ ਨਿਭਾਈ ਨਹੀਂ ਹੈਗੀ। ਵਿਜੀਲੈਂਸ ਡਿਪਾਰਟਮੈਂਟ ਨੂੰ ਲੋਕਲ ਬਾਡੀ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਇਨਕੁਆਇਰੀ ਦੀ ਮੰਗ ਕੀਤੀ ਹੈ ਵੀ ਇਹਨਾਂ ਕੋਲੋਂ ਰੀਜ਼ਨ ਸੌਰਟ ਕੀਤੇ ਜਾਣ। ਤੇ ਅਗਰ ਇਹ ਕਹਿਣਾ ਕਿ ਜੀ ਇਹ ਭੁੱਲ ਗਏ ਜਾਂ ਇਹ ਰਹਿ ਗਿਆ ਇਹਨਾਂ ਕੋਲੋਂ, ਇਹ ਤਾਂ ਕੋਈ ਬਹਾਨਾ ਨਹੀਂ ਹੈਗਾ। ਜੇ 2016 'ਚ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ, 17 'ਚ ਨਹੀਂ ਕੀਤੀ ਕਿਉਂ ਨਹੀਂ ਕੀਤੀ, 18 'ਚ ਨਹੀਂ ਕੀਤੀ ਕਿਉਂ ਨਹੀਂ ਕੀਤੀ, 19 'ਚ ਕੀਤੀ ਕਿਉਂ ਨਹੀਂ ਕੀਤੀ? ਔਰ ਮੁੜ ਕੇ ਇਹਨਾਂ ਨੂੰ ਜਿਹੜੇ ਬੰਦੇ ਰਿਟਾਇਰ ਹੋ ਗਏ ਉਹਨਾਂ ਨੂੰ ਰਿਟਾਇਰਮੈਂਟ ਬੈਨੀਫਿਟ ਕਿੱਦਾਂ ਮਿਲ ਗਏ, ਇਹਨਾਂ ਦੀਆਂ ACRs ਕਿੱਦਾਂ ਕੰਪਲੀਟ ਹੋ ਗਈਆਂ? ਇਹ ਬੇਸਿਕਲੀ ਸਾਰੀ ਦੀ ਸਾਰੀ ਇੱਕ ਚੇਨ ਹੈਗੀ ਆ। ਮਤਲਬ ਜਿਹੜਾ ਸਰਕਾਰ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣਾ ਹੁੰਦਾ ਇਹ ਉਹਦਾ ਆਕਸ਼ਨ ਨੋਟਿਸ ਕੱਢ ਦਿੰਦੇ ਆ ਅਖਬਾਰ ਦੇ ਵਿੱਚ ਵੀ ਤੇਰੇ ਮਕਾਨ ਦੀ ਨਿਲਾਮੀ ਕਰਨੀ ਆ। ਤੇ ਆਪਣੀ ਵਾਰੀ ਇਹਨਾਂ ਨੂੰ ਯਾਦ ਨਹੀਂ ਵੀ ਅਸੀਂ ਵੀ ਆਪਣੀ ਪ੍ਰਾਪਰਟੀ ਟੈਕਸ ਦੀ ਰਿਟਰਨ ਫਾਈਲ ਕਰਨੀ ਹੈ, ਸਾਡੇ ਲਈ ਵੀ ਸਟੈਟੂਟਰੀ ਪ੍ਰੋਵੀਜ਼ਨ ਹੈ। ਵੀ ਇਹਨਾਂ ਨੇ ਕੋਈ ਰਿਕਾਰਡ ਵੀ ਨਹੀਂ ਰੱਖਿਆ ਹੈਗਾ। ਜਦੋਂ ਐਕਸ਼ਨ ਲੈਣ ਦੀ ਵਾਰੀ ਆਈ ਤਾਂ ਗੱਲ ਚੱਕ ਕੇ ਸਥਾਨਕ ਸਰਕਾਰ ਦੇ ਉੱਤੇ ਸੁੱਟ ਦਿੱਤੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਕਲਪਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਇੱਕ ਵਾਰੀ ਫਿਰ ਮੌਜੂਦ ਨੇ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ, ਜਿਨ੍ਹਾਂ ਵੱਲੋਂ ਹਾਲ ਦੇ ਵਿੱਚ ਹੀ ਮਿਊਨਿਸਪਲ ਕਾਰਪੋਰੇਸ਼ਨ ਦੇ ਇੰਪਲੋਇਜ਼ ਜਿਨ੍ਹਾਂ ਵੱਲੋਂ ਜਿਹੜਾ ਐਨੂਅਲ ਪ੍ਰੋਪਰਟੀ ਰਿਟਰਨ ਫਾਈਲ ਨਹੀਂ ਕੀਤਾ ਗਿਆ ਉਹਨਾਂ ਦੇ ਖਿਲਾਫ ਜਿਹੜੀ RTI ਫਾਈਲ ਕੀਤੀ ਹੈ ਤੇ ਉਸ RTI ਦੇ ਵਿੱਚ ਕੀ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਦੇ ਬਾਰੇ ਅਸੀਂ ਜਾਣਕਾਰੀ ਲੈ ਲੈਂਦੇ ਹਾਂ। ਸਾਡੇ ਨਾਲ ਮੌਜੂਦ ਨੇ ਸਰ ਜਿਹੜੀ ਤੁਹਾਡੇ ਵੱਲੋਂ RTI ਫਾਈਲ ਕੀਤੀ ਗਈ ਮਿਊਨਿਸਪਲ ਕਾਰਪੋਰੇਸ਼ਨ ਦੇ ਇੰਪਲੋਇਜ਼ ਨੂੰ ਲੈ ਕੇ ਜਿਨ੍ਹਾਂ ਵੱਲੋਂ ਜਿਹੜਾ ਐਨੂਅਲ ਪ੍ਰੋਪਰਟੀ ਰਿਟਰਨ ਨਹੀਂ ਫਾਈਲ ਕੀਤਾ ਗਿਆ, ਉਹ ਕੀ ਕੁਝ ਜਿਹੜਾ ਉਸ RTI ਦੇ ਵਿੱਚ ਸਾਹਮਣੇ ਆਇਆ? ਇਸ ਤਰ੍ਹਾਂ ਮੈਡਮ ਕਿ ਮੈਂ ਜੂਨ 2020 ਦੇ ਵਿੱਚ ਇੱਕ RTI ਐਪਲੀਕੇਸ਼ਨ ਮਿਊਨਿਸਪਲ ਕਾਰਪੋਰੇਸ਼ਨ 'ਚ ਫਾਈਲ ਕੀਤੀ ਸੀ ਵੀ ਇਹਨਾਂ ਦੇ ਜਿਹੜੇ ਕਲਾਸ 1 ਔਰ ਕਲਾਸ 2 ਜਿਹੜੇ ਆਫੀਸਰ ਨੇ ਉਹਨਾਂ ਨੇ ਜਿਹੜੀਆਂ ਆਪਣੀਆਂ ਮੈਨੂੰ ਉਹਨਾਂ ਦੇ ਨਾਮ ਔਰ ਡੈਜ਼ਿਗਨੇਸ਼ਨ ਦੱਸੇ ਜਾਣ ਜਿਨ੍ਹਾਂ ਨੇ ਆਪਣੀਆਂ ਐਨੂਅਲ ਪ੍ਰੋਪਰਟੀ ਰਿਟਰਨਸ ਫਾਈਲ ਨਹੀਂ ਕੀਤੀਆਂ। ਐਨੂਅਲ ਪ੍ਰੋਪਰਟੀ ਰਿਟਰਨਸ ਫਾਈਲ ਕਰਨਾ ਇੱਕ ਸਟੈਟੂਟਰੀ ਪ੍ਰੋਵੀਜ਼ਨ ਹੈ ਔਰ ਅਗਰ ਇਸ ਪ੍ਰੋਵੀਜ਼ਨ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਇਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਹੁੰਦਾ ਆ। ਇਹ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇੱਕ ਵਪਾਰੀ ਦੇ ਲਈ ਇੱਕ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਇਹਨਾਂ ਦੇ ਲਈ ਵੀ ਹਰ ਸਾਲ ਜਿਹੜੀ ਹੈ ਇਹ ਐਨੂਅਲ ਪ੍ਰੋਪਰਟੀ ਰਿਟਰਨ ਜਿਹੜੀ ਅਫਸਰਾਂ ਵਾਸਤੇ ਜ਼ਰੂਰੀ ਹੈਗੀ ਆ।
ਤਾਂ ਸਭ ਤੋਂ ਪਹਿਲਾਂ ਤਾਂ ਹੈਰਾਨੀ ਦੀ ਗੱਲ ਹੈ ਵੀ ਇਨਫੋਰਮੇਸ਼ਨ ਦੇਣ ਦੇ ਲਈ ਇਹਨਾਂ ਨੇ ਮੈਨੂੰ 9 ਮਹੀਨੇ ਲਗਾ ਦਿੱਤੇ। ਜੂਨ ਦੇ ਵਿੱਚ ਮੈਂ ਐਪਲੀਕੇਸ਼ਨ ਫਾਈਲ ਕੀਤੀ, 20 ਦੇ ਵਿੱਚ, ਮਾਰਚ 2021 ਦੇ ਵਿੱਚ ਜਦੋਂ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਨੇ ਇੰਟਰਵੀਨ ਕੀਤਾ, ਉਸ ਤੋਂ ਬਾਅਦ ਮੈਨੂੰ ਇਹ ਇਨਫੋਰਮੇਸ਼ਨ ਜਿਹੜੀ ਹੈ ਇੰਨਾ ਤੰਗ ਪਰੇਸ਼ਾਨ ਕਰਕੇ ਇਹਨਾਂ ਨੇ ਦਿੱਤੀ। ਤਾਂ ਜਦੋਂ ਇਹਦੇ ਵਿੱਚ ਆંકੜੇ ਆਏ ਤਾਂ ਮੈਂ ਇਹ ਦੇਖਿਆ ਕਿ ਸੈਂਕੜੇ ਅਫਸਰ ਨੇ ਕਾਰਪੋਰੇਸ਼ਨ ਦੇ ਕਲਾਸ 1 ਔਰ ਕਲਾਸ 2 ਕੈਟਾਗਰੀ ਦੇ, ਜਿਹੜੇ ਕਿ ਆਪਣੀਆਂ ਐਨੂਅਲ ਪ੍ਰਾਪਰਟੀ ਰਿਟਰਨਾਂ ਜਿਹੜੀਆਂ ਫਾਈਲ ਹੀ ਨਹੀਂ ਕਰ ਰਹੇ ਹੈਗੇ ਪਿਛਲੇ ਕਈ ਸਾਲਾਂ ਤੋਂ, ਜਿਹਦੇ 'ਚ ਮੈਂ ਇਨਫੋਰਮੇਸ਼ਨ ਮੰਗੀ ਸੀ ਸਨ 2016, 17, 18, 19 4 ਸਾਲਾਂ ਦਾ ਮੈਂ ਇਹਨਾਂ ਕੋਲੋਂ ਡਾਟਾ ਮੰਗਿਆ ਸੀ, ਕਿਉਂਕਿ 20 ਦੇ ਵਿੱਚ ਤਾਂ ਮੈਂ ਐਪਲੀਕੇਸ਼ਨ ਹੀ ਫਾਈਲ ਕੀਤੀ ਹੈ, ਤਾਂ 4 ਸਾਲਾਂ ਦਾ ਮੈਂ ਇਹਨਾਂ ਕੋਲੋਂ ਡਾਟਾ ਮੰਗਿਆ ਸੀ। ਤੇ ਆਈ ਵਾਜ਼ ਅੰਡਰ ਦੀ ਇੰਪ੍ਰੈਸ਼ਨ ਕਿ ਕੁਛ ਇੱਕ ਇੰਪਲੋਈ ਹੋਣਗੇ, ਕਲਾਸ ਅਧਿਕਾਰੀ, ਇੰਪਲੋਈ ਤਾਂ ਕੀ ਕਹਿਣਾ, ਅਧਿਕਾਰੀ ਹੋਣਗੇ, ਉੱਚ ਅਧਿਕਾਰੀ ਹੋਣਗੇ ਜਿਨ੍ਹਾਂ ਨੇ ਫਾਈਲ ਨਹੀਂ ਕੀਤੀਆਂ ਹੋਣੀਆਂ। ਪਰ ਜਦੋਂ ਲਿਸਟ ਸਾਹਮਣੇ ਆਈ ਤਾਂ ਇਹਨੇ ਹੈਰਾਨ ਕਰ ਦਿੱਤਾ ਕਿ ਇਹਨਾਂ ਦੇ ਚੀਫ ਟਾਊਨ ਪਲੈਨਰ, ਇਹਨਾਂ ਦੇ ਜਿਹੜੇ ਟਾਊਨ ਪਲੈਨਿੰਗ ਵਿੰਗ ਦੇ, ਇਹਨਾਂ ਦੇ ਜਿਹੜੇ ਫਾਇਰ ਆਫੀਸਰ ਦੇ, ਜਿਹੜੇ ਫਾਇਰ ਡਿਪਾਰਟਮੈਂਟ ਦੇ, ਔਰ B&R ਦੇ ਖਾਸ ਕਰ ਲਾ ਲਈਏ ਵੱਡੇ ਵੱਡੇ ਅਧਿਕਾਰੀ ਜਿਵੇਂ XCN ਨੇ, SC ਨੇ, B&R ਦੇ, ਉਹਨਾਂ ਨੇ ਕਿਸੇ ਨੇ ਵੀ ਪ੍ਰਾਪਰਟੀ ਰਿਟਰਨਾਂ ਜਿਹੜੀਆਂ ਆਪਣੀਆਂ ਫਾਈਲ ਹੀ ਨਹੀਂ ਕੀਤੀਆਂ। ਔਰ ਜਦੋਂ ਮੈਂ ਇਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਇਹਨਾਂ 'ਤੇ ਐਕਸ਼ਨ ਕੀ ਲਿੱਤਾ, ਤਾਂ ਇਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਵੀ ਐਕਸ਼ਨ ਜਿਹੜਾ ਆ ਉਹ ਸਥਾਨਕ ਸਰਕਾਰ ਨੇ ਲੈਣਾ। ਮੰਨ ਲਿਆ ਜੇ ਸਥਾਨਕ ਸਰਕਾਰ ਨੇ ਐਕਸ਼ਨ ਲੈਣਾ ਤਾਂ ਕੀ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਚੀਜ਼ ਸਥਾਨਕ ਸਰਕਾਰ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ ਅਧਿਕਾਰੀਆਂ ਨੇ ਕਿ ਇਹਨਾਂ ਬੰਦਿਆਂ ਨੇ ਐਨੂਅਲ ਪ੍ਰਾਪਰਟੀ ਰਿਟਰਨਾਂ ਫਾਈਲ ਨਹੀਂ ਕੀਤੀਆਂ ਤੇ ਇਹਨਾਂ ਦੇ ਉੱਤੇ ਰਿਕੁਆਇਰਡ ਐਕਸ਼ਨ ਬਣਦਾ। ਦੱਸਿਆ ਤਾਂ ਤੁਸੀਂ ਉਹਨਾਂ ਨੂੰ ਹੈ ਨਹੀਂ ਗਾ। ਉਹਨਾਂ ਨੂੰ ਕੀ ਉੱਥੇ ਬੈਠੇ ਸਥਾਨਕ ਸਰਕਾਰ ਨੂੰ ਸੁਪਨਾ ਆਉਣਾ ਕਿ ਵੀ ਇਹ ਬੰਦਿਆਂ ਦੇ ਐਨੂਅਲ ਪ੍ਰਾਪਰਟੀ ਰਿਟਰਨਾਂ ਫਾਈਲ ਨਹੀਂ ਕੀਤੀਆਂ। ਡਿਟੇਲ ਮੈਂ ਤੁਹਾਨੂੰ ਥੋੜ੍ਹੀ ਜਿਹੀ ਦੱਸਦਾ। ਇਹਦੇ ਵਿੱਚ ਤੁਸੀਂ ਦੇਖੋਗੇ ਗਰੁੱਪ A ਐਂਡ B ਜਿਹਨੂੰ ਆਪਾਂ ਕਹਿ ਦਿੰਦੇ ਆ ਕਲਾਸ 1 ਔਰ ਕਲਾਸ 2, ਸਨ 2016 ਦੇ ਵਿੱਚ 64 ਅਧਿਕਾਰੀ ਸੀ ਜਿਨ੍ਹਾਂ ਨੇ ਫਾਈਲ ਨਹੀਂ ਕੀਤੀਆਂ। ਸਨ 2017 ਦੇ ਵਿੱਚ 214 ਅਧਿਕਾਰੀ ਹੋ ਗਏ। ਸਨ 2018 ਦੇ ਵਿੱਚ 238 ਅਧਿਕਾਰੀ ਹੋ ਗਏ ਔਰ ਸਨ 2019 ਦੇ ਵਿੱਚ 199 ਅਧਿਕਾਰੀ ਹੋ ਗਏ। ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਵਿੱਚੋਂ ਕਈ ਬੰਦੇ ਰਿਟਾਇਰ ਵੀ ਹੋ ਗਏ। ਫਿਰ ਉਹਨਾਂ ਨੂੰ ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ ਕਿੱਦਾਂ ਮਿਲੇ? ਇਹਨਾਂ ਦੀ ਹਰ ਸਾਲ CR ਭਰੀ ਜਾਂਦੀ ਆ। ਉਹ ਇਹਨਾਂ ਦੀ ACR ਕਿੱਦਾਂ ਭਰੀ ਜਾਂਦੀ ਹੈ? ਜਦੋਂ ਇਹ ਐਨੂਅਲ ਪ੍ਰਾਪਰਟੀ ਰਿਟਰਨਾਂ ਹੀ ਫਾਈਲ ਨਹੀਂ ਕਰ ਰਹੇ ਤਾਂ ਇਹਨਾਂ ਦੀ ACR ਹੀ ਕਿੱਦਾਂ ਭਰੀ ਜਾ ਰਹੀ ਹੈ? ਕੌਣ ਇਹਨਾਂ ਦੀ ACR ਇਸ ਤਰੀਕੇ ਦੇ ਨਾਲ ਭਰ ਰਿਹਾ? ਇਹ ਇੱਕ ਬੜਾ ਆਰਗੇਨਾਈਜ਼ਡ ਤਰੀਕੇ ਦੇ ਨਾਲ ਕਰਪਸ਼ਨ ਆ। ਬੇਸਿਕਲੀ ਸਰਕਾਰ ਨੇ ਜਦੋਂ ਇਹ ਚੀਜ਼ ਨੂੰ ਲੈ ਕੇ ਆਂਦਾ ਕਿ ਹਰ ਸਾਲ ਐਨੂਅਲ ਪ੍ਰਾਪਰਟੀ ਰਿਟਰਨਾਂ ਤੁਸੀਂ ਭਰਨੀਆਂ, ਤਾਂ ਸਰਕਾਰ ਦੀ ਇਹ ਨੌਲੇਜ 'ਚ ਰਵੇ, ਸਰਕਾਰ ਨੂੰ ਇਹ ਪਤਾ ਹੋਵੇ ਵੀ ਕਿਸ ਬੰਦੇ ਕੋਲੇ ਕਿੰਨੀ ਪ੍ਰਾਪਰਟੀ, ਕਿੰਨਾ ਧਨ ਹੈਗਾ। ਔਰ ਜੇ ਕਿਸੇ ਕੋਲੇ ਇੱਕਦਮ ਫਲੱਡ ਆਂਦਾ ਪੈਸੇ ਦਾ ਔਰ ਉਹ ਫਾਈਲ ਕਰਦਾ ਹੈ ਕਿ ਮੇਰੇ ਕੋਲੇ 2 ਕਰੋੜ ਰੁਪਈਆ ਆ ਗਿਆ, ਤਾਂ ਉਹ ਸ਼ੋਅ ਕਰੇਗਾ ਜੀ ਮੈਨੂੰ ਫਲਾਣੀ ਜਗ੍ਹਾ ਤੋਂ ਮੈਨੂੰ ਆ ਗਿਫਟ ਆਇਆ, ਜਾਂ ਫਲਾਣਾ ਮੇਰੇ ਸਹੁਰੇ ਖਾਤੇ 'ਚੋਂ ਆਇਆ, ਜਾਂ ਫਲਾਣੀ ਜਗ੍ਹਾ ਤੋਂ ਆਇਆ, ਮੈਨੂੰ ਮੇਰੇ ਪੇਰੈਂਟਲ ਹਾਊਸ 'ਚੋਂ ਹਿੱਸਾ ਮਿਲਿਆ, ਜੋ ਵੀ ਆ ਉਹ ਦੱਸਣਾ ਪਏਗਾ ਉਹਨੂੰ ਸਾਰਾ। ਤੇ ਹੁਣ ਕੀ ਹੈ ਕਿ ਇਹਨਾਂ ਨੇ ਆਸਾਨ ਜਿਹਾ ਤਰੀਕਾ ਕੀ ਅਪਣਾ ਲਿਆ ਕਿ ਇਹਨਾਂ ਨੇ 2 ਨੰਬਰ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਬਹੁਤ ਵੱਡੇ ਲੈਵਲ ਦੇ ਉੱਤੇ, ਔਰ ਉਹਦਾ ਹੱਲ ਇਹ ਕਰ ਦਿੱਤਾ ਕਿ ਐਨੂਅਲ ਪ੍ਰਾਪਰਟੀ ਰਿਟਰਨ ਫਾਈਲ ਹੀ ਨਾ ਕਰੋ। ਐਨੂਅਲ ਪ੍ਰਾਪਰਟੀ ਰਿਟਰਨ ਫਾਈਲ ਨਾ ਕਰੋ, ਔਰ ਜਿਸ ਬੰਦੇ ਨੇ ਰਿਪੋਰਟ ਕਰਨੀ ਹੈ ਕਿ ਇਹ ਐਨੂਅਲ ਪ੍ਰਾਪਰਟੀ ਰਿਟਰਨਾਂ ਫਾਈਲ ਨਹੀਂ ਹੋਈਆਂ, ਉਹਨੇ ਅੱਗੇ ਕੋਈ ਰਿਪੋਰਟ ਨਹੀਂ ਕੀਤੀ, ਤਾਂ ਕਿਸੇ ਵੀ ਬੰਦੇ ਨੇ ਕਾਰਪੋਰੇਸ਼ਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਬੇਸਿਕਲੀ ਨਿਭਾਈ ਨਹੀਂ ਹੈਗੀ। ਤਾਂ ਹੁਣ ਮੈਂ ਇਸ ਮੈਟਰ ਦੇ ਵਿੱਚ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ, ਵਿਜੀਲੈਂਸ ਡਿਪਾਰਟਮੈਂਟ ਨੂੰ, ਲੋਕਲ ਬਾਡੀ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਇਨਕੁਆਇਰੀ ਦੀ ਮੰਗ ਕੀਤੀ ਹੈ ਵੀ ਇਹਨਾਂ ਕੋਲੋਂ ਰੀਜ਼ਨ ਸੌਰਟ ਕੀਤੇ ਜਾਣ, ਕਿ ਇਹ ਐਕਸਪਲੇਨੇਸ਼ਨ ਇਹਨਾਂ ਤੋਂ ਮੰਗੀ ਜਾਵੇ ਵੀ ਤੁਸੀਂ ਆਪਣੀਆਂ ਰਿਟਰਨਾਂ ਜਿਹੜੀਆਂ ਫਾਈਲ ਕਿਉਂ ਨਹੀਂ ਕੀਤੀਆਂ, ਔਰ ਇਹਨਾਂ ਕੋਲੋਂ ਇਹਨਾਂ ਦੀਆਂ ਰਿਟਰਨਾਂ ਜਿਹੜੀਆਂ ਫਾਈਲ ਕਰਵਾਈਆਂ ਜਾਣ। ਤਾਂ ਇਹਦੇ ਵਿੱਚ ਮੈਡਮ ਮੈਂ ਤੁਹਾਨੂੰ ਦੱਸਾਂ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਅਧਿਕਾਰੀ ਨੇ B&R ਬ੍ਰਾਂਚ ਦੇ ਅਧਿਕਾਰੀ ਬਹੁਤ ਜ਼ਿਆਦਾ ਨੇ,
ਟਾਊਨ ਪਲੈਨਿੰਗ ਵਿੰਗ ਦੇ ਜਿਹਨੂੰ ਬਿਲਡਿੰਗ ਬ੍ਰਾਂਚ ਕਹਿ ਦਿੰਦੇ ਆ ਉਹਦੇ ਅਧਿਕਾਰੀ ਬਹੁਤ ਜ਼ਿਆਦਾ ਨੇ ਔਰ ਇਹਨਾਂ ਦੇ ਖੁਦ ਅਕਾਊਂਟਸ ਦੇ ਫਾਇਰ ਦੇ ਔਰ ਮਤਲਬ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਆਪਣੀਆਂ ਐਨੂਅਲ ਪ੍ਰੋਪਰਟੀ ਰਿਟਰਨਾਂ ਫਾਈਲ ਨਹੀਂ ਕੀਤੀਆਂ ਔਰ ਇਹ ਇੱਕ ਅਫੈਂਸ ਆ। ਇਹਦੇ ਪਰ ਇਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਅੰਡਰ ਦੀ ਸਰਵਿਸ ਰੂਲ ਹੋ ਸਕਦਾ ਤੇ ਉਹ ਨਾ ਹੀ ਕਿਸੇ ਨੇ ਕੋਈ ਡਿਸਪਲਿਨਰੀ ਐਕਸ਼ਨ ਦੇ ਲਈ ਕੋਈ ਫਾਈਲ ਪੁੱਟ ਅਪ ਕੀਤੀ, ਨਾ ਕੋਈ ਆਰਡਰ ਪੁੱਟ ਅਪ ਕੀਤੇ, ਨਾ ਕੋਈ ਦੱਸਿਆ। ਤਾਂ ਇਹ ਪੂਰਾ ਇੱਕ ਸਮਝ ਲਓ ਨੈਕਸਸ ਜਿਹਨੂੰ ਕਹਿ ਰਹੇ ਆ ਉਹ ਮਤਲਬ ਜਿਹੜਾ ਹੈਗਾ ਚੱਲ ਰਿਹਾ। ਔਰ ਸਰ ਇਹਨਾਂ ਤੋਂ ਜਦ ਐਕਸਪਲੇਨੇਸ਼ਨ ਮੰਗੀ ਜਾਏਗੀ ਕੀ ਲੱਗਦਾ ਹੈ ਵੈਸੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਲਾਪਰਵਾਹੀ ਹੋਏਗੀ ਅਣਗਹਿਲੀ ਕਰਕੇ ਹੋਏਗਾ ਜਾਂ ਫਿਰ ਇਹ ਜਾਣਬੁੱਝ ਕੇ ਜਿਹੜਾ ਐਨੂਅਲ ਪ੍ਰਾਪਰਟੀ ਰਿਟਰਨ ਹੈ ਉਹ ਫਾਈਲ ਨਹੀਂ ਕੀਤੀ ਗਈ ਹੋਣੀ? ਮੰਨ ਲਓ ਮੈਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦਾ, ਠੀਕ ਹੈ, ਮੇਰੇ ਕੋਲੇ ਮੈਂ 50 ਲੱਖ ਰੁਪਈਆ ਸਾਲ ਦਾ ਕਮਾ ਲੈਂਦਾ, ਮੈਂ ਫਾਈਲ ਨਹੀਂ ਕਰਦਾ ਤੇ ਦੋ ਹੀ ਗੱਲਾਂ ਹੋਣਗੀਆਂ, ਜਾਂ ਤਾਂ ਮੇਰੇ ਮਨ ਦੇ ਵਿੱਚ ਬੇਈਮਾਨੀ ਹੋਊਗੀ ਤੇ ਜਾਂ ਮੈਂ ਕੁਝ ਛੁਪਾਉਣਾ ਚਾਹੁੰਦਾ ਤੇ ਜਾਂ ਇਹਨੂੰ ਅਣਗਹਿਲੀ ਤਾਂ ਮੈਂ ਕਿਸੇ ਤਰੀਕੇ ਦੇ ਨਾਲ ਮੰਨ ਨਹੀਂ ਸਕਦਾ ਕਿਉਂਕਿ ਇਹ ਸਟੈਟੂਟਰੀ ਪ੍ਰੋਵੀਜ਼ਨ ਹੈ। ਸਟੈਟੂਟਰੀ ਪ੍ਰੋਵੀਜ਼ਨ ਅੰਡਰ ਦੀ ਕੰਡਕਟ ਰੂਲ ਜਿਹੜੇ ਇਹਨਾਂ ਦੇ 1966 ਦੇ ਕੰਡਕਟ ਰੂਲ ਨੇ ਸਰਕਾਰੀ ਮੁਲਾਜ਼ਮਾਂ ਦੇ, ਉਹਦੇ ਅੰਡਰ ਇਹ ਸਟੈਟੂਟਰੀ ਪ੍ਰੋਵੀਜ਼ਨ ਹੈ। ਤੇ ਅਗਰ ਇਹ ਕਹਿਣਾ ਕਿ ਜੀ ਇਹ ਭੁੱਲ ਗਏ ਜਾਂ ਇਹ ਰਹਿ ਗਿਆ ਇਹਨਾਂ ਕੋਲੋਂ, ਇਹ ਤਾਂ ਕੋਈ ਬਹਾਨਾ ਨਹੀਂ ਹੈਗਾ। ਇਹ ਤਾਂ ਮਤਲਬ ਇਹਨਾਂ ਨੇ ਅਫੈਂਸ ਕੀਤਾ ਆ ਬੇਸਿਕਲੀ। ਇਹਦੇ ਵਿੱਚ ਇਹਨਾਂ ਕੋਲੋਂ ਐਕਸਪਲੇਨੇਸ਼ਨ ਸੌਟ ਕੀਤੀ ਜਾਣੀ ਚਾਹੀਦੀ ਆ ਔਰ ਹਰ ਈਅਰ ਦੀ, ਜੇ 2016 'ਚ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ, 17 'ਚ ਨਹੀਂ ਕੀਤੀ ਕਿਉਂ ਨਹੀਂ ਕੀਤੀ, 18 'ਚ ਨਹੀਂ ਕੀਤੀ ਕਿਉਂ ਨਹੀਂ ਕੀਤੀ, 19 'ਚ ਕੀਤੀ ਕਿਉਂ ਨਹੀਂ ਕੀਤੀ ਔਰ ਮੁੜ ਕੇ ਇਹਨਾਂ ਨੂੰ ਜਿਹੜੇ ਬੰਦੇ ਰਿਟਾਇਰ ਹੋ ਗਏ ਉਹਨਾਂ ਨੂੰ ਰਿਟਾਇਰਮੈਂਟ ਬੈਨੀਫਿਟ ਕਿੱਦਾਂ ਮਿਲ ਗਏ, ਇਹਨਾਂ ਦੀਆਂ ACRs ਕਿੱਦਾਂ ਕੰਪਲੀਟ ਹੋ ਗਈਆਂ। ਇਹ ਬੇਸਿਕਲੀ ਸਾਰੀ ਦੀ ਸਾਰੀ ਇੱਕ ਚੇਨ ਹੈਗੀ ਆ। ਸਰ ਇੱਥੇ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਆਏਗਾ ਕਿ ਫਿਲਹਾਲ ਤੁਸੀਂ RTI ਫਾਈਲ ਕੀਤੀ ਹੈ, ਜਿਹੜਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆਇਆ ਕਿ ਇਦਾਂ ਦੀ ਚੀਜ਼ਾਂ ਹੋ ਰਹੀਆਂ ਨੇ। ਬਾਈ ਚਾਂਸ ਇਦਾਂ ਨਾ ਹੁੰਦਾ ਜਿੱਦਾਂ ਤੁਹਾਡੇ ਵੱਲੋਂ ਇੰਨਾ ਵਧੀਆ ਜਿਹੜਾ ਸਟੈਪ ਚੁੱਕਿਆ ਗਿਆ, ਜੇ ਕੋਈ ਨਾ ਹੀ ਇਦਾਂ ਦੀ ਕੋਸ਼ਿਸ਼ ਕਰਦਾ ਫਿਰ ਤਾਂ ਇਹ ਜਿਹੜਾ ਨੈਕਸਸ ਹੈ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ। ਮੈਂ ਇੱਕ ਗੱਲ ਕਰਨਾ, ਕੋਈ ਬੰਦਾ 4 ਸਾਲ ਆਪਣੀ ਪ੍ਰਾਪਰਟੀ ਟੈਕਸ ਦੀ ਰਿਟਰਨ ਨਹੀਂ ਜਮ੍ਹਾਂ ਕਰਾਉਂਦਾ, ਮਤਲਬ ਜਿਹੜਾ ਸਰਕਾਰ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣਾ ਹੁੰਦਾ ਇਹ ਉਹਦਾ ਆਕਸ਼ਨ ਨੋਟਿਸ ਕੱਢ ਦਿੰਦੇ ਆ ਅਖਬਾਰ ਦੇ ਵਿੱਚ ਵੀ ਤੇਰੇ ਮਕਾਨ ਦੀ ਨਿਲਾਮੀ ਕਰਨੀ ਆ ਤੇ ਆਪਣੀ ਵਾਰੀ ਇਹਨਾਂ ਨੂੰ ਯਾਦ ਨਹੀਂ ਵੀ ਅਸੀਂ ਵੀ ਆਪਣੀ ਪ੍ਰਾਪਰਟੀ ਟੈਕਸ ਦੀ ਰਿਟਰਨ ਫਾਈਲ ਕਰਨੀ ਹੈ, ਸਾਡੇ ਲਈ ਵੀ ਸਟੈਟੂਟਰੀ ਪ੍ਰੋਵੀਜ਼ਨ ਹੈ। ਤਾਂ ਇਹ ਮਤਲਬ ਮੈਂ ਇੱਕ ਡਿਪਾਰਟਮੈਂਟ ਨਹੀਂ, ਮੈਂ ਕਈ ਡਿਪਾਰਟਮੈਂਟਾਂ ਦੀਆਂ ਇਹ ਇਨਫੋਰਮੇਸ਼ਨਾਂ ਮੰਗੀਆਂ ਹੋਈਆਂ ਆ, ਕਾਰਪੋਰੇਸ਼ਨ ਦੀ ਵੀ ਮੰਗੀ ਆ, ਹੋਰ ਵੀ ਕਈ ਡਿਪਾਰਟਮੈਂਟਾਂ ਦੀਆਂ ਮੰਗੀਆਂ। ਇਹ ਮੈਡਮ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਵੀ ਹੁੰਦਾ। ਤਾਂ ਇਹ ਇੱਕ ਤਰ੍ਹਾਂ ਲੋਕਾਂ ਦੀ ਨੌਲੇਜ ਨੂੰ ਐਨਹਾਂਸ ਕਰਨ ਦੇ ਲਈ ਔਰ ਨੌਲੇਜ ਦੇਣ ਲਈ ਲੋਕਾਂ ਨੂੰ ਵੀ ਭਾਈ ਇਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ, ਇਹਨਾਂ ਨੇ ਵੀ ਪ੍ਰਾਪਰਟੀ ਰਿਟਰਨਾਂ ਫਾਈਲ ਕੀਤੀਆਂ, ਚਾਹੇ ਕੋਈ ਵੀ ਡਿਪਾਰਟਮੈਂਟ ਹੈ, ਸਿਵਲ ਸਰਜਨ ਦਾ ਮਹਿਕਮਾ ਆ, ਪੁਲਿਸ ਮਹਿਕਮਾ ਆ, ਕਾਰਪੋਰੇਸ਼ਨ ਦਾ ਆ, ਡਿਪਟੀ ਕਮਿਸ਼ਨਰ ਦਾ ਆ, ਰੈਵਨਿਊ ਡਿਪਾਰਟਮੈਂਟ ਆ, ਹਰ ਬੰਦੇ ਦੇ ਕਲਾਸ 1 ਕਲਾਸ 2 ਆਫੀਸਰ ਨੇ, ਕਲਾਸ 3 ਕਲਾਸ 4 ਦੀ ਵੀ ਪ੍ਰੋਵੀਜ਼ਨ ਹੈਗੀ ਆ ਆਪਣੀਆਂ ਐਨੂਅਲ ਪ੍ਰਾਪਰਟੀ ਰਿਟਰਨਾਂ ਫਾਈਲ ਕਰਨੀਆਂ। ਹਾਂ, ਅੰਡਰ ਦੀ ਐਕਟ ਤੁਸੀਂ ਇਹ ਨਹੀਂ ਪੁੱਛ ਸਕਦੇ, ਉਹਨਾਂ ਦੀ ਰਿਟਰਨ ਦੀ ਕਾਪੀ ਨਹੀਂ ਲੈ ਸਕਦੇ, ਲੇਕਿਨ ਤੁਸੀਂ ਨਾਮ ਤਾਂ ਲੈ ਸਕਦੇ ਹੋ ਨਾ ਵੀ ਕਿਸ ਬੰਦੇ ਨੇ ਫਾਈਲ ਨਹੀਂ ਕੀਤੀ ਔਰ ਉਹਦਾ ਡੈਜ਼ਿਗਨੇਸ਼ਨ ਕੀ ਹੈਗਾ ਆ। ਔਰ ਹੁਣ ਜੇ ਫਰਦਰ ਹੁਣ ਇਹਨਾਂ ਕੋਲੋਂ ਪੁੱਛਿਆ ਜਾਵੇ ਅੱਗੇ ਵੀ ਰਿਕਾਰਡ ਦੇ ਵਿੱਚ ਕੀ ਰੀਜ਼ਨ ਹੈਗਾ ਵੀ ਇਹਨਾਂ ਨੇ ਫਾਈਲ ਨਹੀਂ ਕੀਤੀਆਂ, ਮਤਲਬ ਕੁਝ ਰੀਜ਼ਨ ਤਾਂ ਰਿਕਾਰਡ ਦੇ ਵਿੱਚ ਰਿਹਾ ਹੋਏਗਾ ਨਾ, ਤਾਂ ਇਹਨਾਂ ਨੇ ਸਿੰਪਲ 2 ਲਾਈਨਾਂ ਲਿਖ ਕੇ ਦੇ ਦੇਣੀਆਂ ਵੀ ਰਿਕਾਰਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੂਚਨਾ ਉਪਲਬਧ ਨਹੀਂ ਹੈ, ਵੀ ਇਹਨਾਂ ਨੇ ਕੋਈ ਰਿਕਾਰਡ ਵੀ ਨਹੀਂ ਰੱਖਿਆ ਹੈਗਾ। ਜਦੋਂ ਐਕਸ਼ਨ ਲੈਣ ਦੀ ਵਾਰੀ ਆਈ ਤਾਂ ਗੱਲ ਚੱਕ ਕੇ ਸਥਾਨਕ ਸਰਕਾਰ ਦੇ ਉੱਤੇ ਸੁੱਟ ਦਿੱਤੀ। ਤੁਸੀਂ ਸਥਾਨਕ ਸਰਕਾਰ ਨੂੰ ਲਿਖ ਕੇ ਭੇਜਿਆ, ਕੋਈ ਇੰਟੀਮੇਸ਼ਨ ਦਿੱਤਾ, ਤੁਸੀਂ ਲੈਟਰ ਦੀ ਕਾਪੀ ਦਿੰਦੇ ਨਾਲ ਵੀ ਅਸੀਂ ਸਥਾਨਕ ਸਰਕਾਰ ਨੂੰ ਲਿਖ ਕੇ ਭੇਜਿਆ, ਦੈਨ ਅਸੀਂ ਸਥਾਨਕ ਸਰਕਾਰ ਨੂੰ ਅਪਰੋਚ ਕਰਦੇ ਵੀ ਇਹ ਤੁਹਾਡੇ ਐਂਡ ਦੇ ਉੱਤੇ ਕਿੱਡੀ ਵੱਡੀ ਮਿਸਟੇਕ ਹੈਗੀ ਆ। ਤਾਂ ਮੈਂ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਵੀ ਉਹ ਇਹਦੇ 'ਤੇ ਸਖਤ ਤੋਂ ਸਖਤ ਐਕਸ਼ਨ ਲੈਣ, ਤੁਰੰਤ ਇਹਨਾਂ ਦੀਆਂ ਜਿਹੜੀਆਂ ਐਨੂਅਲ ਪ੍ਰਾਪਰਟੀ ਰਿਟਰਨਾਂ ਜਮ੍ਹਾਂ ਕਰਾਉਣ। ਪਤਾ ਲੱਗੇ ਵੀ ਕਿਤੇ ਇਹ ਤਾਂ ਨਹੀਂ ਹੈ ਵੀ ਕੋਈ SC ਐਕਸੀਅਨ ਜਾਂ ਕੋਈ ਹੋਰ ਆਫੀਸਰ ਜਿਹੜੇ ਨੇ 4-4 ਪਲਾਟ ਲਈ ਰੱਖੀ ਬੈਠੇ ਨੇ ਤੇ ਡਿਸਕਲੋਜ਼ਰ ਦੇ ਡਰ ਤੋਂ ਉਹ ਐਨੂਅਲ ਪ੍ਰਾਪਰਟੀ ਰਿਟਰਨਾਂ ਫਾਈਲ ਨਹੀਂ ਕਰਦੇ ਪਏ।
ਬਿਲਕੁਲ ਤੇ ਅਸੀਂ ਗੱਲਬਾਤ ਕੀਤੀ ਆਰਟੀਆਈ ਐਕਟਿਵਿਸਟ ਰੋਹਿਤ ਸੱਭਰਵਾਲ ਜੀ ਨਾਲ, ਜਿਨ੍ਹਾਂ ਵੱਲੋਂ ਅਸੀਂ ਜਾਣਕਾਰੀ ਦਿੱਤੀ ਕਿ ਹਾਲ ਦੇ ਵਿੱਚ ਜਿਹੜੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲੈ ਕੇ ਜਿਹੜੀ ਆਰਟੀਆਈ ਫਾਈਲ ਕੀਤੀ ਗਈ ਕਿ ਉਸ ਦੇ ਵਿੱਚ ਜਿਹੜੀ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸ ਤਰੀਕੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜੋ ਕਾਫੀ ਗਿਣਤੀ ਦੇ ਵਿੱਚ ਨੇ ਉਹਨਾਂ ਵੱਲੋਂ ਜਿਹੜੀ ਹੈ ਐਨੂਅਲ ਪ੍ਰਾਪਰਟੀ ਰਿਟਰਨ ਜਿਹੜੀ ਹੈ ਫਾਈਲ ਨਹੀਂ ਕੀਤੀ ਗਈ। ਪਿਛਲੇ 4 ਸਾਲਾਂ ਦਾ ਜਿਹੜਾ ਰਿਕਾਰਡ ਉਹਨਾਂ ਵੱਲੋਂ ਜਿਹੜਾ ਹੈ ਆਰਟੀਆਈ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ, ਉਹ ਵੀ ਤੁਹਾਡੇ ਨਾਲ ਜਿਹੜੀ ਹੈ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਕਲਪਨਾ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।